ਡੰਡੌਤ ਬੰਦਨ ਅਨਕ ਬਾਰ। ਸਰਬ ਕਲਾ ਸਮਰੱਥ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ, ਸਤ ਸੰਗਤ ਦਾ ਪਹਿਲਾ ਸਾਧਨ ਕਥਾ ਹੈ। ਕਥਾ ਦਾ ਅਰਥ ਹੈ ਇਕਾਗਰਤਾ। ਕਥਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੇ ਇਤਿਹਾਸ ਵਿੱਚੋਂ ਆਪ ਜੀ ਨਾਲ ਸਾਂਝੀ ਕਰਨੀ ਜਾ ਰਹੇ ਹਾਂ। ਜਿਵੇਂ ਜਾਮਾ ਬਦਲ ਰਿਹਾ ਹੈ, ਕੇਂਦਰ ਵੀ ਬਦਲ ਰਹੇ ਹਨ। ਪਹਿਲੇ ਜਾਮੇ ਵਿੱਚ ਕਰਤਾਰਪੁਰ ਸਾਹਿਬ, ਦੂਜੇ ਜਾਮੇ ਵਿੱਚ ਖਡੂਰ ਸਾਹਿਬ, ਤੀਜੇ ਜਾਮੇ ਵਿੱਚ ਗੋਇੰਦਵਾਲ ਸਾਹਿਬ ਦੇ ਦਰਸ਼ਨ ਹੋ ਰਹੇ ਹਨ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਵੇਲੇ ਊਚ ਨੀਚ ਜਾਤ ਪਾਤ ਦਾ ਭੇਦ ਮਿਟਾਉਣ ਵਾਸਤੇ ਇੱਕੋ ਪੰਗਤ ਤੇ ਸੰਗਤ ਤੇ ਜ਼ੋਰ ਦਿੱਤਾ ਗਿਆ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਇੱਕ ਦਿਨ ਭਾਈ ਬੱਲੂ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪਾਸ ਬੇਨਤੀ ਕੀਤੀ ਕਿ ਮਹਾਰਾਜ, ਸੰਗਤਾਂ ਦਰਸ਼ਨਾਂ ਵਾਸਤੇ ਬਹੁਤ ਆਉਂਦੀਆਂ ਹਨ, ਉਹਨਾਂ ਦੇ ਠਹਿਰਨ ਵਾਸਤੇ ਸੁੰਦਰ ਘਰ ਬਣਨੇ ਚਾਹੀਦੇ ਹਨ। ਕਹਿਣ ਤੋਂ ਭਾਵ ਕਮਰੇ ਬਣਨੇ ਚਾਹੀਦੇ ਹਨ। ਗੁਰੂ ਜੀ ਦੇ ਸ਼ਰਧਾਲੂਆਂ ਨੇ ਸੰਗਤਾਂ ਦੀ ਰਿਹਾਇਸ਼ ਵਾਸਤੇ ਕਈ ਕਮਰੇ ਬਣਾਉਣੇ ਸ਼ੁਰੂ ਕਰ ਦਿੱਤੇ। ਜੇਕਰ ਮਹਾਰਾਜ ਆਪ ਜੀ ਦੀ ਕਿਰਪਾ ਹੋ ਜਾਵੇ ਤਾਂ ਘਰ ਬਣ ਸਕਦੇ ਹਨ, ਸਾਰੇ ਪਰਿਵਾਰ ਸੁੱਖ ਨਾਲ ਰਹਿ ਸਕਦੇ ਹਨ। ਭਾਈ ਬੱਲੂ ਜੀ ਦੀ ਗੱਲ ਸੁਣ ਕੇ ਕਿਰਪਾ ਦੇ ਸਾਗਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬੜੇ ਪ੍ਰਸੰਨ ਚਿੱਤ ਹੋਏ ਤੇ ਹੌਸਲਾ ਦਿੱਤਾ ਅਤੇ ਕਿਹਾ, ਭਾਈ ਲੱਕੜੀ ਦਾ ਕਾਸ਼ਟ ਦਾ ਪ੍ਰਬੰਧ ਹੋ ਜਾਵੇਗਾ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਭਰਾ ਦੇ ਬੇਟੇ ਸਾਵਣ ਮੱਲ ਨੂੰ ਕੋਲ ਬੁਲਾਇਆ ਤੇ ਕਿਹਾ, ਤੁਸੀਂ ਹਰੀਪੁਰ ਜਾਓ, ਉੱਥੋਂ ਲੱਕੜੀ ਦੇ ਬੇੜੇ ਬਣਾ ਕੇ ਦਰਿਆ ਵਿੱਚ ਪਾ ਦੇਣਾ। ਹੁਣ ਤੁਸੀਂ ਚਿਰ ਨਹੀਂ ਲਾਉਣਾ, ਛੇਤੀ ਜਾਣਾ ਹੈ। ਇੱਥੇ ਜੋ ਸੰਗਤਾਂ ਆਉਂਦੀਆਂ ਹਨ ਉਹਨਾਂ ਦੇ ਰਹਿਣ ਦਾ ਛੇਤੀ ਪ੍ਰਬੰਧ ਕਰਨਾ ਹੈ ਤਾਂ ਜੋ ਉਹ ਸੁੱਖ ਨਾਲ ਰਹਿ ਸਕਣ। ਜਦ ਸਾਵਣ ਮੱਲ ਦੀ ਮਾਤਾ ਨੇ ਗੁਰੂ ਜੀ ਦਾ ਹੁਕਮ ਸੁਣਿਆ, ਉਸਨੇ ਮੋਹ ਵਸ ਵਿੱਚ ਕਿਹਾ, ਮਹਾਰਾਜ, ਮੇਰਾ ਤਾਂ ਇੱਕੋ ਇੱਕ ਪੁੱਤਰ ਹੈ। ਸੁਣਿਆ ਹੈ ਉੱਥੇ ਪਹਾੜਾਂ ਵਿੱਚ ਡੈਣਾ ਰਹਿੰਦੀਆਂ ਹਨ, ਮੇਰੇ ਪੁੱਤਰ ਨੂੰ ਪਰਦੇਸੀ ਸਮਝ ਕੇ ਖਾ ਜਾਣਗੀਆਂ। ਮੈਂ ਬੇਨਤੀ ਕਰਦੀ ਹਾਂ। ਮਾਤਾ ਨੇ ਬੜੀ ਨਿਮਰਤਾ ਨਾਲ ਕਿਹਾ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਵਣ ਮੱਲ ਨੂੰ ਬੁਲਾ ਕੇ ਕੋਲ ਬਿਠਾ ਲਿਆ। ਮਾਤਾ ਨੂੰ ਕਿਹਾ, ਸਾਵਣ ਮੱਲ ਨੂੰ ਇਤਨੀ ਸ਼ਕਤੀ ਦੇ ਕੇ ਭੇਜਾਂਗੇ ਕਿ ਇਹ ਮਰਿਆਂ ਨੂੰ ਜਿਉਂਦਿਆਂ ਕਰ ਸਕਣਗੇ। ਗੁਰੂ ਜੀ ਨੇ ਇੱਕ ਰੁਮਾਲ ਸਾਵਣ ਮੱਲ ਨੂੰ ਦਿੱਤਾ ਅਤੇ ਕਿਹਾ, ਇਸ ਵਿੱਚ ਸਾਰੀ ਕਲਾ ਹੈ, ਇਹ ਕੱਪੜਾ ਨਹੀਂ ਹੈ, ਇਸ ਵਿੱਚ ਰਿੱਧੀਆਂ ਸਿੱਧੀਆਂ ਹਨ। ਸਾਵਣ ਮੱਲ ਮਨ ਹੀ ਮਨ ਵਿੱਚ ਬਹੁਤ ਖੁਸ਼ ਹੋ ਗਏ ਕਿ ਸ੍ਰੀ ਗੁਰੂ ਜੀ ਨੇ ਅਜ਼ਮਤ ਵਾਲਾ ਰੁਮਾਲ ਮੈਨੂੰ ਦਿੱਤਾ ਹੈ, ਹੁਣ ਆਪ ਹੀ ਸਾਰੇ ਕਾਰਜ ਸਫਲ ਕਰਨਗੇ। ਸਾਵਣ ਮੱਲ ਰਾਜੇ ਦੀ ਰਾਜਧਾਨੀ ਹਰੀਪੁਰ ਪਹੁੰਚੇ। ਜਦ ਰਾਜੇ ਦੇ ਸੁੰਦਰ ਮਹਿਲ ਕੋਲ ਪਹੁੰਚੇ ਤਾਂ ਰੁਦਨ ਦੀ ਵਿਰਲਾਪ ਦੀ ਰੋਣ ਦੀ ਆਵਾਜ਼ ਆ ਰਹੀ ਸੀ। ਹਾਹਾਕਾਰ ਮਚੀ ਹੋਈ ਹੈ, ਸੈਂਕੜੇ ਲੋਕ ਵਿਰਲਾਪ ਕਰ ਰਹੇ ਹਨ। ਸਾਵਣ ਮੱਲ ਨੇ ਇਸ ਵਿਰਲਾਪ, ਇਸ ਰੁਦਨ ਤੇ ਹਾਹਾਕਾਰ ਦਾ ਕਾਰਨ ਪੁੱਛਿਆ। ਸਾਰੀ ਨਗਰੀ ਵਿੱਚ ਇਤਨਾ ਦੁੱਖ ਕਿਉਂ ਹੈ? ਕਿਸ ਗੱਲ ਦਾ ਇਤਨਾ ਸ਼ੌਕ ਹੈ? ਕੋਈ ਵੀ ਪ੍ਰਸੰਨ ਨਜ਼ਰ ਨਹੀਂ ਆਉਂਦਾ, ਸਾਰੇ ਹੀ ਉਦਾਸ ਹਨ। ਤਾਂ ਸਾਵਣ ਮੱਲ ਨੂੰ ਦੱਸਿਆ ਗਿਆ ਕਿ ਹਰੀਪੁਰ ਦੇ ਰਾਜੇ ਦਾ ਇੱਕੋ ਇੱਕ ਪੁੱਤਰ ਸੀ ਤੇ ਰਾਜਾ ਰਾਣੀ ਦਾ ਅਤੀ ਪਿਆਰਾ ਸੀ। ਉਸ ਦੀ ਅੱਜ ਹੀ ਮੌਤ ਹੋ ਗਈ ਹੈ। ਇਸ ਕਰਕੇ ਰਾਜਾ
ਤੇ ਰਾਣੀ ਤੇ ਸਾਰੀ ਨਗਰੀ ਰੁਦਨ ਕਰ ਰਹੇ ਹਨ। ਇਸ ਕਰਕੇ ਰਾਣੀ ਬਾਰ-ਬਾਰ ਮੂਰਛਤ ਹੋ ਰਹੀ ਹੈ। ਬਹੁਤ ਹੀ ਕਲੇਸ਼ ਹੋ ਗਿਆ ਹੈ। ਸਾਵਣ ਮੱਲ ਨੂੰ ਜੋ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਅਜਮਤ ਵਾਲਾ ਰੁਮਾਲ ਦਿੱਤਾ ਸੀ ਨਾ, ਯਾਦ ਆ ਗਿਆ। ਗੁਰੂ ਜੀ ਨੇ ਕਿਹਾ ਸੀ ਇਹ ਕਲਾ ਵਾਲਾ ਰੁਮਾਲ ਹੈ, ਮਰਿਆਂ ਨੂੰ ਜਿਵਾਲ ਸਕਦਾ ਹੈ। ਸਾਵਣ ਮੱਲ ਨੇ ਰਾਜੇ ਨੂੰ ਸੁਨੇਹਾ ਭੇਜਿਆ, ਜੇ ਤੂੰ ਗੋਇੰਦਵਾਲ ਵਾਲੇ ਗੁਰੂ ਪਾਤਸ਼ਾਹ ਜੀ ਦਾ ਸਿੱਖ ਬਣ ਜਾਵੇਂ ਤਾਂ ਪੁੱਤਰ ਸੁਰਜੀਤ ਹੋ ਜਾਵੇਗਾ। ਜੇ ਤੂੰ ਸਿੱਖੀ ਦਾ ਮਾਰਗ ਪ੍ਰਵਾਨ ਕਰ ਲਵੇਂ ਤਾਂ ਮੇਰੇ ਪਾਸ ਗੁਰਾਂ ਦੀ ਦਿੱਤੀ ਐਸੀ ਦਾਤ ਹੈ ਜਿਸ ਵਿੱਚ ਸ਼ਕਤੀ ਹੈ। ਉਸ ਦੀ ਛੋਹ ਨਾਲ ਮਰਿਆ ਪੁੱਤਰ ਸੁਰਜੀਤ ਹੋ ਸਕਦਾ ਹੈ। ਜੇਕਰ ਪਹਿਲਾਂ ਉਹ ਸਿੱਖੀ ਦਾ ਮਾਰਗ ਪ੍ਰਵਾਨ ਕਰੇ ਤੇ ਫਿਰ ਸੈਨਾ ਵੀ ਸਿੱਖੀ ਮਾਰਗ ਵਿੱਚ ਆ ਜਾਵੇ। ਰਾਜੇ ਨੇ ਜਦ ਇਹ ਬਚਨ ਸੁਣਿਆ ਤਾਂ ਉਸਨੇ ਸਾਵਣ ਮੱਲ ਨੂੰ ਆ ਕੇ ਕਿਹਾ, ਮੈਂ ਸਿੱਖੀ ਧਾਰਨ ਕਰ ਲਵਾਂਗਾ, ਗੋਇੰਦਵਾਲ ਵਾਲੇ ਗੁਰੂ ਜੀ ਪਾਤਸ਼ਾਹ ਜੀ ਦਾ ਸੇਵਕ ਬਣ ਜਾਵਾਂਗਾ। ਰਾਜੇ ਨੇ ਕਿਹਾ, ਮੈਂ ਰਾਜ ਪਾਟ ਹਾਥੀ ਘੋੜੇ ਧਨ ਦੌਲਤ ਸਭ ਭੇਟ ਕਰ ਦੇਵਾਂਗਾ ਜੇਕਰ ਮੇਰਾ ਪੁੱਤਰ ਜਿਉਂਦਾ ਹੋ ਜਾਵੇ। ਤਾਂ ਸਾਵਣ ਮੱਲ ਨੇ ਕਿਹਾ, ਪੁੱਤਰ ਮੇਰੇ ਕੋਲ ਲੈ ਕੇ ਆਓ। ਸਭ ਸ਼ਾਂਤ ਹੋ ਗਏ। ਪਟਰਾਣੀ ਨੂੰ ਕਿਹਾ, ਸਿਰ ਨੰਗਾ ਨਹੀਂ ਰੱਖਣਾ, ਕੋਈ ਵਿਰਲਾਪ ਰੋਣਾ ਨਹੀਂ ਕਰਨਾ। ਸਾਵਣ ਮੱਲ ਦੇ ਬਚਨ ਸੁਣ ਕਰਕੇ ਹਰੀਪੁਰ ਦਾ ਰਾਜਾ ਮ੍ਰਿਤਕ ਪੁੱਤਰ ਨੂੰ ਉਸੇ ਸਮੇਂ ਜਾ ਕੇ ਲੈ ਆਇਆ ਤੇ ਸਾਵਣ ਮੱਲ ਦੇ ਅੱਗੇ ਰੱਖ ਦਿੱਤਾ। ਸਾਵਣ ਮੱਲ ਨੇ ਕਿਹਾ, ਸਭ ਰੁਦਨ ਦੀ ਜਗ੍ਹਾ ਸਿਮਰਨ ਵਿੱਚ ਜੁੜ ਜਾਓ। ਉਸ ਵਾਹਿਗੁਰੂ ਦਾ ਜਾਪ ਕਰੋ। ਸਿਮਰਨ ਕਰਨ ਨਾਲ, ਵਾਹਿਗੁਰੂ ਦਾ ਜਾਪ ਕਰਨ ਨਾਲ ਜੀਵਨ ਦਾ ਹਰ ਘਾਟਾ ਪੂਰਾ ਹੋ ਸਕਦਾ ਹੈ। ਪਾਤਸ਼ਾਹ ਜੀ ਦਾ ਬਚਨ ਹੈ। ਕਬੀਰ ਸਾਹਿਬ ਫਰਮਾਉਂਦੇ ਹਨ, ਕਬੀਰ ਹਰਿ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਇਤ ਉਤ ਕਤਹਿ ਨ ਡੋਲਈ ਜਿਸ ਰਾਖੈ ਸਿਰਜਨਹਾਰ। ਜਿਸ ਪ੍ਰਾਣੀ ਨੂੰ ਵਾਹਿਗੁਰੂ ਰੱਖਦਾ ਹੈ ਉਹ ਕਿਉਂ ਡੋਲ ਸਕਦਾ ਹੈ। ਸਤਿਗੁਰ ਮੇਰਾ ਪੂਰਾ ਮਨ ਕਿਉਂ ਬੈਰਾਗ ਕਰੇਗਾ। ਮਨ ਕਿਵੇਂ ਬੈਰਾਗ ਕਰੇਗਾ ਜਦੋਂ ਸਤਿਗੁਰੂ ਹੀ ਪੂਰਾ ਹੈ। ਸਿੱਖੀ ਦਾ ਅਰਥ ਹੈ ਭਰੋਸਾ, ਸ਼ਰਧਾ ਦੀ ਹੀ ਸਿੱਖੀ ਹੈ। ਇੱਥੇ ਖੁਸ਼ਕਪੁਣਾ, ਇੱਥੇ ਨਾਸਤਿਕਤਾ ਨੂੰ ਕੋਈ ਥਾਂ ਨਹੀਂ। ਸਾਵਣ ਮੱਲ ਨੇ ਸੁਰਤ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਅਰਦਾਸ ਕੀਤੀ, ਬੇਨਤੀ ਜੋਦੜੀ ਅਰਜ ਕੀਤੀ, ਮਹਾਰਾਜ ਮੈਂ ਬਚਨ ਕਰ ਬੈਠਾ ਹਾਂ, ਮੇਰੀ ਲਾਜ ਰੱਖਣੀ। ਪੁੱਤਰ ਦੇ ਮੂੰਹ ਉੱਤੋਂ ਕੱਪੜਾ ਉਤਾਰ ਦਿੱਤਾ, ਕਿਹਾ ਜਲ ਲੈ ਆਓ। ਰੁਮਾਲ ਦਾ ਇੱਕ ਕੋਨਾ ਜਲ ਵਿੱਚ ਪਾ ਦਿੱਤਾ। ਸ਼ਕਤੀ ਜਲ ਵਿੱਚ ਆ ਗਈ। ਜਲ ਅੰਮ੍ਰਿਤ ਬਣ ਗਿਆ। ਅੰਮ੍ਰਿਤ ਮਰੇ ਨੂੰ ਜਵਾਲਣ ਵਾਲੀ ਸ਼ਕਤੀ ਹੈ। ਅੰਮ੍ਰਿਤ ਸੀਸ ਤੇ ਪਾਇਆ, ਫਿਰ ਜਲ ਮੁਖ ਵਿੱਚ ਪਾਇਆ। ਰਾਜੇ ਦੇ ਪੁੱਤਰ ਦੇ ਸਵਾਸ ਚੱਲਣ ਲੱਗ ਪਏ। ਰਾਜ ਪੁੱਤਰ ਉੱਠ ਕੇ ਖੜਾ ਹੋ ਗਿਆ। ਸਾਰੀ ਸੰਗਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਤ੍ਰੇਤੇ ਯੁੱਗ ਵਿੱਚ ਵੀ ਐਸਾ ਚਮਤਕਾਰ ਹੋਇਆ ਸੀ। ਯੁੱਧ ਵਿੱਚ ਮੇਘਰਾਜ ਦੀ ਬਰਸ਼ੀ ਲਛਮਣ ਦੇ ਕਾਲਜੇ ਵਿੱਚ ਲੱਗ ਗਈ ਸੀ। ਇੱਕ ਸਾਧੂ ਨੇ ਦੱਸਿਆ, ਭੀਲਣੀ ਦੇ ਬੇਰ ਲਛਮਣ ਨੇ ਵਗਾ ਦਿੱਤੇ ਸਨ, ਪਰ ਰਾਮ ਜੀ ਨੇ ਖਾ ਲਏ ਸੀ। ਉੱਥੇ ਕੁਝ ਝੂਠੇ ਬੇਰ ਡਿੱਗ ਪਏ ਸਨ ਤਾਂ ਇੱਕ ਬੂਟੀ ਉੱਗ ਪਈ, ਜਿਸ ਦਾ ਨਾਂ ਸਲਬਸੁਲ ਬੂਟੀ ਸੀ। ਸੰਜੀਵਨੀ ਬੂਟੀ ਵੀ ਸੀ। ਉਸ ਬੂਟੀ ਨੂੰ ਖਾਣ ਨਾਲ ਲਛਮਣ ਸੁਰਜੀਤ ਹੋ ਗਏ ਸਨ। ਹਨੂਮਾਨ ਇਹ ਬੂਟੀ ਹੀ ਨਹੀਂ ਬਲਕਿ ਪਹਾੜ ਹੀ ਲੈ ਕੇ ਆ ਗਏ ਸਨ। ਹੁਣ ਕਲਯੁਗ ਵਿੱਚ ਇਸੇ ਤਰ੍ਹਾਂ ਦੀ ਕਥਾ ਸੁਣ ਰਹੇ ਹੋ। ਜਦ ਰਾਜਪੁੱਤਰ ਉੱਠ ਕੇ ਖੜਾ ਹੋ ਗਿਆ ਤਾਂ ਰਾਜੇ ਤੇ ਰਾਣੀ ਨੇ ਬਹੁਤ ਪਿਆਰ ਕੀਤਾ। ਸਾਵਣ ਮੱਲ ਦੇ ਗਲੇ ਵਿੱਚ ਪੁਸ਼ਪ ਮਾਲਾ ਪਹਿਨਾਈ। ਰਾਜੇ ਨੇ ਕਿਹਾ, ਮੇਰੇ ਹਾਥੀ ਘੋੜੇ ਸਭ ਇਸ ਸਿੱਖ ਨੂੰ ਭੇਟ ਕਰ ਦੇਵੋ। ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਨਹੀਂ ਗਿਣ ਸਕਦੇ, ਸਮੁੰਦਰ ਦੇ ਕਤਰੇ ਨਹੀਂ ਗਿਣ ਸਕਦੇ,
ਧਰਤੀ ਦੇ ਜਰੇ ਗਿਣੇ ਨਹੀਂ ਜਾ ਸਕਦੇ। ਠੀਕ ਉਸੇ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਗੁਣ ਕਥਨ ਵਿੱਚ ਜਾਂ ਗਿਣਨ ਵਿੱਚ ਨਹੀਂ ਆ ਸਕਦੇ। ਭੱਟਾਂ ਦੇ ਸਵਈਆਂ ਵਿੱਚ ਉਹਨਾਂ ਨੇ ਸਿਫਤ ਕਰਦਿਆਂ ਫਰਮਾਇਆ ਹੈ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਦੇਖੋ ਕਿਵੇਂ ਹਰੀਪੁਰ ਦਾ ਰਾਜਾ ਗੁਰੂ ਜੀ ਦਾ ਸਿੱਖ ਬਣ ਗਿਆ, ਪਹਾੜੀ ਰਾਜਾ ਉੱਥੇ ਹੀ ਸਿੱਖ ਬਣ ਗਿਆ। ਕਈ ਵਾਰ ਸ਼ੰਕਾ ਆਉਂਦੀ ਹੈ, ਪਰ ਨਾਮਦੇਵ ਜੀ ਨੇ ਵੀ ਮੋਇਆ ਹੋਇਆ ਹਾਥੀ ਜਿਉਂਦਾ ਕਰ ਦਿੱਤਾ ਸੀ। ਦਿੱਲੀ ਦੇ ਬਾਦਸ਼ਾਹ ਨੇ ਨਾਮਦੇਵ ਜੀ ਨੂੰ ਕਿਹਾ ਸੀ, ਜਾਂ ਤੇ ਮੁਸਲਮਾਨ ਬਣ ਜਾਓ ਜਾਂ ਮੇਰੀ ਮੋਈ ਹੋਈ ਗਊ ਜੀਂਦੀ ਕਰ ਦਿਓ। ਨਾਮਦੇਵ ਜੀ ਨੇ 7 ਘੜੀਆਂ ਮੰਗੀਆਂ ਸਨ। ਨਾਮਦੇਵ ਜੀ ਦੀ ਮਾਤਾ ਰੋਈ ਤੇ ਕਿਹਾ, ਪੁੱਤਰ ਅੱਲਾ ਅੱਲਾ ਜਪ ਲੈ, ਜਾਨ ਦੀ ਬਖਸ਼ਿਸ਼ ਹੋ ਜਾਵੇਗੀ। ਪਰ ਨਾਮਦੇਵ ਜੀ ਨੇ ਮੋਈ ਗਾਂ ਜਵਾ ਦਿੱਤੀ। ਮਹਾਮੁਨੀ ਵਸ਼ਿਸ਼ਟ ਜੀ ਦੇ 100 ਪੁੱਤਰਾਂ ਨੂੰ ਵਿਸ਼ਵਾਮਿੱਤਰ ਜੀ ਨੇ ਮਾਰ ਦਿੱਤਾ ਤਾਂ ਗਾਇਤਰੀ ਮੰਤਰ ਪੜ੍ਹ ਕੇ ਪੁੱਤਰ ਜਿਉਂਦੇ ਕਰ ਦਿੱਤੇ ਸਨ। ਜੋ ਬਾਣੀ ਦਾ ਪਾਵਨ ਫਰਮਾਨ ਹੈ, ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, ਲੈ ਕਰ ਠੇਗਾ ਟਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ। ਗੁਰੂ ਤੇ ਪਰਮੇਸ਼ਵਰ ਵਾਹਿਗੁਰੂ ਸਮਰੱਥ ਹਨ। ਸਮਰੱਥ ਗੁਰੂ ਜੀ ਪਾਤਸ਼ਾਹ ਨੂੰ ਕਾਹੀ ਕੀੜੇ ਨੂੰ ਪਾਤਸ਼ਾਹ ਬਣਾ ਸਕਦੇ ਹਨ। ਸਿੱਖ ਕੋਲ ਚਾਹੇ ਰੁਮਾਲ ਹੈ, ਪਰ ਸ਼ਕਤੀ ਸਮਰੱਥ ਗੁਰੂ ਜੀ ਦੀ ਵਰਤ ਰਹੀ ਹੈ। ਨਗਰੀ ਸਾਰੀ ਸਿੱਖ ਬਣ ਰਹੀ ਹੈ। ਰਾਜੇ ਨੇ ਮਹਿਸੂਸ ਕੀਤਾ, ਮੇਰਾ ਪੁੱਤਰ ਹੀ ਨਹੀਂ ਜਿਵਾਇਆ, ਮੈਨੂੰ ਹੀ ਜਵਾ ਦਿੱਤਾ ਹੈ। ਹੁਣ ਸਾਵਣ ਮੱਲ ਨੇ ਰਾਜੇ ਨੂੰ ਕਿਹਾ, ਗੋਇੰਦਵਾਲ ਸੇਵਾ ਹੋ ਰਹੀ ਹੈ, ਗੁਰਦੁਆਰੇ ਤੇ ਸਥਾਨ ਬਣ ਰਹੇ ਹਨ, ਤੁਸੀਂ ਇੱਥੋਂ ਕਾਠ ਕੱਟ ਕੇ ਦਰਿਆ ਵਿੱਚ ਪਾ ਦੇਵੋ। ਹੌਲੀ ਹੌਲੀ ਇਹ ਸ਼ਤੀਰ ਬਿਆਸ ਨਦੀ ਵਿੱਚ ਤਰ ਕੇ ਗੋਇੰਦਵਾਲ ਪਹੁੰਚ ਜਾਣਗੇ। ਉੱਥੇ ਬਿਆਸ ਨਦੀ ਵਿੱਚੋਂ ਕਾਠ ਕੱਢ ਲਿਆ ਕਰਾਂਗੇ। ਇਹ ਸੁਣ ਕੇ ਹਰੀਪੁਰ ਦੇ ਰਾਜਾ ਨੇ ਬਹੁਤ ਲੋਕ ਜੰਗਲ ਕੱਟਣ ਤੇ ਲਾ ਦਿੱਤੇ। ਗੁਰੂ ਘਰ ਵਿੱਚ ਸੇਵਾ ਤੇ ਸਿਮਰਨ ਨੂੰ ਹੀ ਮਹਾਨ ਸਥਾਨ ਪ੍ਰਾਪਤ ਹੈ। ਸੇਵਾ ਸਰੀਰ ਨੂੰ ਅਤੇ ਸਿਮਰਨ ਮਨ ਨੂੰ ਸ਼ੁੱਧ ਕਰ ਦਿੰਦਾ ਹੈ। ਪੁਰਾਣੇ ਸਾਧੂ ਮਹਾਤਮਾ ਕਹਿੰਦੇ ਹੁੰਦੇ ਸੀ, ਘਰ ਦੀ ਕੀ ਲੋੜ ਹੈ। ਗੁਰੂ ਤੇ ਵੀ ਸ਼ੰਕਾ ਕੀਤੀ ਗਈ, ਤੁਸੀਂ ਗੁਰੂ ਹੋ ਕੇ ਘਰ ਲੰਗਰ ਬਣਵਾ ਰਹੇ ਹੋ। ਤਾਂ ਗੁਰੂ ਜੀ ਨੇ ਇੱਕ ਸ਼ੇਰ ਦੀ ਸਾਖੀ ਸੁਣਾਈ। ਕਹਿਰ ਦੀ ਸਰਦੀ ਪੈ ਰਹੀ ਸੀ, ਸ਼ੇਰ ਕੰਦਰਾਂ ਵਿੱਚ ਬੈਠਾ ਸੀ। 2 ਮੁਸਾਫਿਰ ਆ ਗਏ। ਸ਼ੇਰ ਆਪ ਬਾਹਰ ਆ ਗਿਆ ਤੇ ਮੁਸਾਫਰਾਂ ਨੂੰ ਅੰਦਰ ਠਹਿਰਾ ਦਿੱਤਾ। ਕੰਦਰਾਂ ਦੇ ਅੱਗੇ ਸਿਲਾ ਲਾ ਦਿੱਤੀ ਕਿ ਡਰ ਨਾ ਜਾਣ। ਸਵੇਰੇ ਜਦ ਮੁਸਾਫਰ ਬਾਹਰ ਆਏ ਤਾਂ ਦੇਖਿਆ ਕਿ ਸ਼ੇਰ ਮਰਿਆ ਪਿਆ ਹੈ। ਵਾਹਿਗੁਰੂ। ਗੁਰਾਂ ਕਿਹਾ, ਇੱਕ ਮਾਸ ਖਾਣ ਵਾਲਾ ਜਾਨਵਰ ਘਰ ਦੇ ਸਕਦਾ ਹੈ, ਘਰ ਅਰਪਣ ਕਰ ਸਕਦਾ ਹੈ, ਤਾਂ ਕਿ ਮਨੁੱਖ ਲਈ ਐਸਾ ਕਰਨਾ ਉਚਿਤ ਨਹੀਂ। ਇਸ ਲਈ ਗੁਰੂ ਜੀ ਨੇ ਕਿਹਾ, ਗੁਰਦੁਆਰੇ ਲੰਗਰ ਬਣਾਉਣੇ ਉੱਤਮ ਕਰਮ ਹਨ। ਗੁਰੂ ਜੀ ਨੇ ਨਗਰ ਦਾ ਨਾਂ ਗੋਇੰਦਵਾਲ ਰੱਖਿਆ ਸੀ। ਗੋਂਦਾ ਇੱਕ ਖੱਤਰੀ ਸੀ। ਇਹ ਨਗਰ ਉਸ ਦੇ ਨਾਂ ਤੇ ਹੈ। ਉਸ ਨੇ ਝੂਠੀ ਸਹੁੰ ਖਾਧੀ ਸੀ, ਪਰ ਗੁਰੂ ਜੀ ਨੇ ਉਸ ਨੂੰ ਬਖਸ਼ ਦਿੱਤਾ ਸੀ। ਇੱਥੇ ਗੋਇੰਦਵਾਲ ਵਿੱਚ 8 ਪਹਿਰ ਲੰਗਰ ਚੱਲਦਾ ਸੀ। ਰਾਤ ਨੂੰ ਸਾਰੇ ਭਾਂਡੇ ਮੂਧੇ ਮਾਰ ਦਿੰਦੇ ਸੀ। ਜੋ ਲੰਗਰ ਬਚਦਾ ਸੀ ਦਰਿਆ ਵਿੱਚ ਪਾ ਦਿੰਦੇ ਸੀ। ਕੱਲ ਦੀ ਚਿੰਤਾ ਨਹੀਂ ਕਰਨੀ। ਚਿੰਤਾ ਕਿਸ ਦੀ ਕਰਨੀ ਹੈ ਕਿ ਮੇਰਾ ਅੰਮ੍ਰਿਤ ਵੇਲਾ ਨਾ ਖੁੱਸ ਜਾਵੇ। ਚਿੰਤਾ ਦੀ ਜਗ੍ਹਾ ਸ਼ਰਧਾ, ਪ੍ਰੇਮ, ਭਰੋਸਾ ਆ ਜਾਵੇ, ਭਾਵਨਾ ਜਾਗ ਉੱਠੇ। ਬੌਲੀ ਸਾਹਿਬ ਦੀ ਸੇਵਾ ਹੋਈ ਤਾਂ ਬਚਨ ਹੋਏ, ਜੋ 84 ਪਾਠ ਜਪਜੀ ਸਾਹਿਬ ਦੇ ਕਰੇਗਾ ਉਸ ਦੀ ਜੂਨ ਕੱਟੀ ਜਾਊਗੀ। ਹੁਣ ਸਾਵਣ ਮੱਲ ਦੀ ਮਹਾਨਤਾ ਹੋਣ ਲੱਗ ਪਈ। ਸੰਗਤਾਂ ਵਿੱਚ ਸਾਵਣ ਮੱਲ ਦੀ ਬੜੀ ਉਪਮਾ ਹੋਣ ਲੱਗ ਪਈ। ਸੰਗਤਾਂ ਵਿੱਚ ਸ਼ਰਧਾ ਭਾਵਨਾ ਵਧਣ ਲੱਗ ਪਈ। ਜਿਸ ਦੀ ਜੋ ਭਾਵਨਾ ਹੁੰਦੀ, ਸਾਵਣ ਮੱਲ ਉਸ ਅਜਮਤ ਵਾਲੇ ਰੁਮਾਲ ਨਾਲ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰ ਦਿੰਦੇ। ਰਾਜਾ ਤੇ ਰਾਣੀ ਨਿਤ ਹੀ ਬਹੁਤ ਸੇਵਾ ਕਰਦੇ। ਰਾਜੇ ਦੀ ਜਗ੍ਹਾ ਹੁਕਮ ਸਾਵਣ ਮੱਲ ਦਾ ਚੱਲਣ ਲੱਗ ਪਿਆ ਹੈ। ਕਈ ਵਾਰ ਸਭ ਕੁਝ ਮਿਲ ਜਾਂਦਾ ਹੈ, ਪਰ ਬਾਤ ਵਿਗੜ ਜਾਂਦੀ ਹੈ। ਸਾਵਣ ਮੱਲ ਦੇ ਮਨ ਵਿੱਚ ਆ ਗਿਆ, ਜਿਸ ਪ੍ਰਯੋਜਨ ਲਈ ਆਇਆ ਸੀ ਉਹ ਪੂਰਾ ਹੋ ਗਿਆ ਹੈ। ਗੋਇੰਦਵਾਲ ਵਿੱਚ ਸਾਰਾ ਕਾਰਜ ਠੀਕ ਹੋ ਰਿਹਾ ਹੈ।
ਲੱਕੜ ਕਾਸ਼ਟ ਭਾਵ ਪਹੁੰਚ ਗਈ ਹੈ। ਪੁਰੀ ਵਿੱਚ ਲੋਕਾਂ ਦੇ ਘਰ ਬਣ ਜਾਣਗੇ। ਹੁਣ ਗੁਰੂ ਜੀ ਦੇ ਪਾਸ ਜਾਣਾ ਚਾਹੀਦਾ ਹੈ। ਗੁਰੂ ਜੀ ਤੋਂ ਬੇਮੁਖ ਨਹੀਂ ਹੋਣਾ ਚਾਹੀਦਾ। ਪਰ ਨਾਲ ਹੀ ਇੱਕ ਚਿੰਤਾ ਹੋ ਗਈ, ਜੇ ਮੁੜ ਗੁਰੂ ਜੀ ਕੋਲ ਗਿਆ ਤਾਂ ਗੁਰੂ ਜੀ ਰੁਮਾਲ ਖੋਹ ਲੈਣਗੇ। ਹੁਣ ਤਾਂ ਰਾਜਾ ਮੇਰੀ ਸੇਵਾ ਕਰ ਰਿਹਾ ਹੈ, ਫਿਰ ਰਾਜਾ ਗੁਰੂ ਜੀ ਦੀ ਸੇਵਾ ਕਰਨ ਲੱਗ ਪਵੇਗਾ। ਮੈਂ ਸ਼ਕਤੀਹੀਨ ਹੋ ਜਾਵਾਂਗਾ, ਮੇਰੀ ਕੋਈ ਵਡਿਆਈ ਨਹੀਂ ਕਰੂਗਾ, ਮੇਰਾ ਮਾਣ ਘਟ ਜਾਊਗਾ। ਸਿੱਖ ਗੁਰੂ ਤੋਂ ਬੇਮੁਖ ਹੋ ਗਿਆ ਤੇ ਫੈਸਲਾ ਕਰ ਲਿਆ, ਨਾ ਗੋਇੰਦਵਾਲ ਜਾਊਂਗਾ, ਨਾ ਰੁਮਾਲ ਵਾਪਸ ਕਰੂੰਗਾ, ਨਾ ਹੀ ਮਹਾਨਤਾ ਘਟੂਗੀ ਮੇਰੀ। ਤਾਂ ਇੱਥੇ ਨਾਲੇ ਰਾਜਾ ਨਾਲ ਹੀ ਸਾਰੀ ਪ੍ਰਜਾ ਸੇਵਾ ਕਰਦੇ ਹਨ, ਧਨ ਭੇਟ ਕਰਦੇ ਹਨ। ਕਲਾ ਵਾਲਾ ਰੁਮਾਲ ਮੇਰੇ ਕੋਲ ਹੈ, ਮੇਰੀ ਬੜੀ ਮਹਿਮਾ ਵੱਧ ਰਹੀ ਹੈ। ਇਸ ਤਰ੍ਹਾਂ ਮਨ ਵਿੱਚ ਇਰਾਦਾ ਕਰ ਲਿਆ, ਮੈਂ ਹੁਣ ਗੋਇੰਦਵਾਲ ਨਹੀਂ ਜਾਣਾ। ਗੁਰੂ ਪਿਆਰੀ ਸੰਗਤ ਜੀ, ਜਦ ਇਸੇ ਤਰ੍ਹਾਂ ਕਈ ਮਹੀਨੇ ਬੀਤ ਗਏ ਤਾਂ ਜਾਣੀ ਜਾਣ ਗੁਰੂ ਜੀ ਸਾਰੀ ਗੱਲ ਸਮਝ ਗਏ ਤੇ ਸਾਵਣ ਮੱਲ ਨੂੰ ਬੁਲਾ ਲਿਆ। ਹੁਕਮਨਾਮਾ ਲਿਖ ਭੇਜਿਆ ਕਿ ਹੁਕਮਨਾਮੇ ਨੂੰ ਮੇਰਾ ਰੂਪ ਜਾਣ ਕੇ ਉਥੋਂ ਚੱਲ ਪੈਣਾ। ਹੁਕਮਨਾਮਾ ਪੜ੍ਹ ਕੇ ਸਾਵਣ ਮੱਲ ਨੇ ਲਿਖ ਭੇਜਿਆ, ਰਾਜਾ ਮੈਨੂੰ ਆਉਣ ਨਹੀਂ ਦਿੰਦਾ। ਗੁਰੂ ਜੀ ਜਾਣ ਗਏ, ਸਿੱਖ ਨੂੰ ਮਾਣ ਹੋ ਗਿਆ ਹੈ, ਇਹ ਮਨਮੁਖ ਹੋ ਗਿਆ ਹੈ। ਹੁਕਮ ਦੇ ਦਿੱਤਾ, ਰੁਮਾਲ ਵਾਪਸ ਲੈ ਆਓ। ਸਾਵਣ ਮੱਲ ਨੂੰ ਛੱਡ ਕੇ ਤਤ ਛਿਨ ਰੁਮਾਲ ਗੋਇੰਦਵਾਲ ਸਾਹਿਬ ਆ ਗਿਆ ਤੇ ਸਾਵਣ ਮੱਲ ਹਰੀਪੁਰ ਵਿੱਚ ਹੈ। ਬਖਸ਼ਿਸ਼ ਨਦਰ ਤਾਂ ਨਿਸ਼ਾਨੀ ਵਿੱਚ ਹੈ, ਜਿਸ ਤਰ੍ਹਾਂ ਗੁਰੂ ਜੀ ਦੀ ਨਿਸ਼ਾਨੀ ਹੈ ਕੜਾ, ਸ੍ਰੀ ਸਾਹਿਬ, ਕੇਸ, ਪੰਜੇ ਕਕਾਰ। ਇਸ ਤਰ੍ਹਾਂ ਜਦ ਨਿਸ਼ਾਨੀ ਸਾਵਣ ਮੱਲ ਕੋਲੋਂ ਚਲੀ ਗਈ ਤਾਂ ਮਿਹਰ ਵੀ ਨਹੀਂ ਰਹੀ। ਨੋਟ ਤਦ ਚੱਲਦਾ ਹੈ ਜੇ ਗਵਰਨਰ ਦੀ ਮੋਹਰ ਉਸ 'ਤੇ ਹੋਵੇ। ਜਦ ਪਾਸਪੋਰਟ ਦਾ ਸਮਾਂ ਖਤਮ ਹੋ ਜਾਂਦਾ ਹੈ ਤਾਂ ਫਿਰ ਉਸ ਨੂੰ ਇਸਤੇਮਾਲ ਨਹੀਂ ਕਰ ਸਕਦੇ। ਉਹ ਪਾਸਪੋਰਟ ਨਹੀਂ, ਉਹ ਆਮ ਇੱਕ ਬੁੱਕ ਹੈ। ਹੁਣ ਸਿੱਖ ਗੁਰੂ ਤੋਂ ਵੀ ਗਿਆ ਤੇ ਮਿਹਰ ਨਦਰ ਬਖਸ਼ਿਸ਼ ਤੋਂ ਵੀ ਗਿਆ। ਸਾਵਣ ਮੱਲ ਬੜੀ ਸੋਚ ਵਿੱਚ ਹੈ, ਰੁਮਾਲ ਕਿੱਧਰ ਗਿਆ? ਫਿਰ ਸਮਝ ਗਿਆ, ਇਹ ਤਾਂ ਗੁਰੂ ਮਹਾਰਾਜ ਜੀ ਦੀ ਹੀ ਲੀਲਾ ਹੈ। ਮਨ ਉਦਾਸ ਹੋ ਗਿਆ। ਜੇ ਮਨ ਖੁਸ਼ ਹੈ ਤਾਂ ਸਭ ਕੁਝ ਚੰਗਾ ਲੱਗਦਾ ਹੈ, ਪਰ ਜੇਕਰ ਅੰਦਰ ਆਨੰਦ ਨਹੀਂ ਤਾਂ ਬਾਹਰ ਵੀ ਆਨੰਦ ਨਹੀਂ। ਹੁਣ ਸੋਚਦਾ ਹੈ ਕਿਤੇ ਰਾਜਾ ਮਹਿਲਾਂ ਵਿੱਚੋਂ ਹੀ ਨਾ ਕੱਢ ਦੇਵੇ। ਸੋਚਦਾ ਹੈ ਮੈਂ ਅਕਿਰਤਕਣ ਹੋ ਗਿਆ ਹਾਂ, ਮੈਂ ਗੁਰੂ ਜੀ ਤੋਂ ਹੀ ਬੇਮੁਖ ਹੋ ਗਿਆ ਹਾਂ। ਮੈਨੂੰ ਚਾਹੀਦਾ ਹੈ ਜਿੱਥੋਂ ਟੁੱਟਿਆ ਹਾਂ ਉੱਥੇ ਹੀ ਜਾ ਕੇ ਜੁੜ ਜਾਵਾਂ। ਕਬੀਰ ਸਾਹਿਬ ਕਹਿੰਦੇ ਨਾ, ਕਬੀਰ ਸੂਤਾ ਕਿਆ ਕਰੈ, ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਵਿਛਰਾ, ਤਾਹੀ ਕੇ ਸੰਗ ਲਾਗ। ਜਿੱਥੋਂ ਮੈਂ ਟੁੱਟਿਆ ਹਾਂ ਉੱਥੇ ਹੀ ਜਾ ਕੇ ਜੁੜ ਜਾਵਾਂ। ਮੈਂ ਗੁਰੂ ਜੀ ਪਾਸ ਜਾ ਕੇ ਆਪਣੀ ਭੁੱਲ ਬਖਸ਼ਾ ਲਵਾਂ। ਗੁਰੂ ਜੀ ਤਾਂ ਬਖਸ਼ ਦਿੰਦੇ ਹਨ। ਜਿਸ ਗੁਰੂ ਕਾਰਨ ਮੇਰੀ ਸੇਵਾ ਹੋਈ, ਜਾ ਡਿੱਗਾ ਉਹਨਾਂ ਦੇ ਚਰਨਾਂ ਤੇ। ਗੁਰੂ ਜੀ ਦੀ ਖੁਸ਼ੀ ਵਿੱਚੋਂ ਹੀ ਸੁੱਖ ਮਿਲਦਾ ਹੈ। ਜੋ ਆਪਣੀ ਪੂਜਾ ਕਰਾਉਂਦਾ ਹੈ ਉਹ ਗੁਰੂ ਦੀ ਪੂਜਾ ਨਹੀਂ ਕਰ ਸਕਦਾ। ਹੁਣ ਸਾਵਣ ਮੱਲ ਨੇ ਮਨ ਵਿੱਚ ਇਰਾਦਾ ਕਰ ਲਿਆ ਤੇ ਰਾਜੇ ਨੂੰ ਕਿਹਾ, ਮੈਂ ਆਪਣੇ ਸ੍ਰੀ ਸਤਿਗੁਰੂ ਜੀ ਪਾਸ ਜਾਣਾ ਹੈ। ਸਾਵਣ ਮੱਲ ਗੋਇੰਦਵਾਲ ਸਾਹਿਬ ਵੱਲ ਤੁਰ ਪਿਆ। ਰਾਜਾ ਵੀ ਨਾਲ ਹੀ ਜਾਣ ਲਈ ਤਿਆਰ ਹੋ ਗਿਆ। ਰਾਜੇ ਦਾ ਪਰਿਵਾਰ ਬੜਾ ਖੁਸ਼ ਹੈ। ਜਿਸ ਸਿੱਖ ਤੇ ਇਤਨੀ ਮਿਹਰ ਹੈ ਉਸ ਦਾ ਗੁਰੂ ਕੈਸਾ ਹੋਵੇਗਾ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦੀਦਾਰ ਦੀ ਤਾਂਘ ਵਿੱਚ ਜਾ ਰਹੇ ਹਨ। ਸਾਵਣ ਮੱਲ ਭਾਵੇਂ ਭੁੱਲ ਬੈਠਾ ਹੈ ਪਰ ਸਿੱਖ ਤਾਂ ਗੁਰੂ ਦਾ ਹੈ। ਹੁਣ ਸਾਰੇ ਗੋਇੰਦਵਾਲਪੁਰੀ ਵਿੱਚ ਆ ਗਏ ਹਨ। ਸਾਵਣ ਮੱਲ ਗੁਰੂ ਜੀ ਪਾਸ ਗਿਆ। ਪਹਿਲਾਂ ਤਾਂ ਲੱਜਾ ਆਈ, ਫਿਰ ਚਰਨ ਫੜ ਲਏ ਤੇ ਸੀਸ ਰੱਖ ਕੇ ਬੰਦਨਾ ਕੀਤੀ। ਗੁਰੂ ਜੀ ਨੂੰ ਸਾਰੀ ਗੱਲ ਦਾ ਪਤਾ ਹੀ ਸੀ, ਰਾਜੇ ਨੂੰ ਕੁਝ ਵੀ ਨਹੀਂ ਪਤਾ ਹੈ। ਸਾਵਣ ਮੱਲ ਨੇ ਕਿਹਾ, ਮੇਰੀ ਭੁੱਲ ਬਖਸ਼ ਦਿਓ। ਛੋਟੇ ਤਾਂ ਵਿਗਾੜਦੇ ਆਏ ਹਨ, ਵੱਡੇ ਬਖਸ਼ਦੇ ਆਏ ਹਨ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ। ਪਾਪੀ ਹੈ ਤਦੇ ਤਾਂ ਪਤਤ ਪਾਵਨ ਹੈ,
ਹੱਥ ਜੋੜ ਕੇ ਸਾਵਣ ਮਲ ਖੜਾ ਹੋ ਗਿਆ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮੁਸਕਰਾਏ। ਆਪ ਨਜ਼ਰ ਦੇ ਸਮੁੰਦਰ ਸਨ। ਸ੍ਰੀ ਸਤਿਗੁਰੂ ਜੀ ਬੋਲੇ, ਇਹ ਰੱਬੀ ਭੇਦ ਹੈ ਜੋ ਸਾਨੂੰ ਅਕਾਲ ਪੁਰਖ ਨੇ ਭਲਾ ਕਰਨ ਵਾਸਤੇ ਭੇਜਿਆ ਹੈ। ਫੁੱਲ ਨੇ ਸੁਗੰਧੀ ਦੇਣੀ ਹੈ। ਹਰੀਪੁਰ ਦਾ ਰਾਜਾ ਤੇ ਇਹ ਸੰਗਤ ਤੇਰੀ ਸੇਵਾ ਵਿੱਚ ਰਹਿਣਗੇ। ਤੂੰ ਸਦਾ ਸੁਖ ਵਿੱਚ ਰਹੇਗਾ। ਪਰਲੋਕ ਵਿੱਚ ਵੀ ਤੇਰੀ ਬਾਹ ਪਕੜਾਂਗੇ। ਤੈਨੂੰ ਕੋਈ ਭੂਤ ਪ੍ਰੇਤ ਡਰਾ ਨਹੀਂ ਸਕੂਗਾ। ਸਭ ਤੇਰੀ ਆਗਿਆ ਵਿੱਚ ਰਹਿਣਗੇ। ਲੋਕ ਪ੍ਰਲੋਕ ਸਵਾਰ ਦੇਵਾਂਗੇ। ਜਿਤਨੀਆਂ ਅਵਗਤ ਰੂਹਾਂ ਭਟਕਦੀਆਂ ਹਨ, ਜਿਸ ਤੇ ਤੂੰ ਨਜ਼ਰ ਕਰੇਗਾ ਮੁਕਤ ਹੋ ਜਾਣਗੀਆਂ। ਗੁਰੂ ਜੀ ਨੇ ਕੋਈ ਔਗਣ ਨਹੀਂ ਚਿਤਾਰਿਆ। ਤੂੰ ਰੁਮਾਲ ਲੈਣ ਵਾਸਤੇ ਮੁੜ ਕੇ ਆ ਗਿਆ ਹੈ। ਰੁਮਾਲ ਫਿਰ ਦੇ ਦੇਵਾਂਗੇ। ਇੱਕ ਨਹੀਂ, ਜਿੰਨੇ ਚਾਹੇਗਾ ਮਿਲ ਜਾਵਣਗੇ। ਜਾ ਰੁਮਾਲ ਲੈ ਜਾ। ਨਾਲ ਹੀ ਰਾਜ, ਰਿਆਸਤਾਂ, ਸਿੱਖੀ ਤੈਨੂੰ ਸੰਭਾਲ ਦਿੱਤੀ। ਆਨੰਦ ਵਿੱਚ ਰਹੋ। ਰੁਮਾਲ ਅਸੀਂ ਲੈ ਲਿਆ ਸੀ ਕਿਉਂਕਿ ਤੂੰ ਹੰਕਾਰੀ ਹੋ ਗਿਆ ਸੀ। ਜੋ ਹੰਕਾਰਿਆ ਸੋ ਮਾਰਿਆ। ਤੇਰੀ ਹਰ ਤਰ੍ਹਾਂ ਰੱਖਿਆ ਹੋਵੇਗੀ। ਤੇ ਜਾ ਕੇ ਸਤਨਾਮ ਦਾ ਸਿਮਰਨ ਕਰੋ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣਾ ਜਾਣ ਕੇ ਦੋਨਾਂ ਲੋਕਾਂ ਦਾ ਸੁੱਖ ਬਖਸ਼ ਦਿੱਤਾ। ਸਭ ਗੁਰੂ ਜੀ ਦੀ ਜੈ ਜੈਕਾਰ, ਧੰਨ ਧੰਨ ਗੁਰੂ ਅਮਰਦਾਸ ਅਲਾਪ ਰਹੇ ਹਨ। ਗੁਰੂ ਜੀ ਨੇ ਕਿਹਾ, ਇਹ ਰੁਮਾਲ ਦੀ ਗੱਲ ਨਹੀਂ ਹੈ। ਜਿਸ ਵਸਤੂ ਤੇ ਗੁਰੂ ਜੀ ਦੀ ਛੋਹ ਹੋ ਜਾਵੇ, ਨਦਰ ਹੋ ਜਾਵੇ, ਉਹ ਆਪਣੇ ਆਪ ਇੱਕ ਕਲਾ ਬਣ ਜਾਂਦੀ ਹੈ। ਜਿਵੇਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਖੜਾਮ ਸੱਚਨ ਸੱਚ ਸਿੱਖ ਦੇ ਹੱਥ ਇੱਕ ਜੰਗਲੀ ਬਲਾ ਨੂੰ ਗਿਆਨਮਈ ਸ਼ੁੱਧ ਜੀਵਨ, ਨਿਰਮਲ ਜੀਵਨ ਬਖਸ਼ਣਹਾਰੀ ਹੋ ਗਈ। ਹੁਣ ਸਾਵਣ ਮਲ ਤੇ ਹਰੀਪੁਰ ਦਾ ਰਾਜਾ ਖੁਸ਼ੀ ਖੁਸ਼ੀ ਵਾਪਸ ਹਰੀਪੁਰ ਜਾ ਰਹੇ ਹਨ। ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।